ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਜੋ ਵਿਸ਼ਾ ਸਾਂਝਾ ਕਰਨ ਜਾ ਰਹੇ ਹਾਂ, ਉਸ ਵਿਸ਼ੇ ਦਾ ਨਾਮ ਹੈ ਪੰਜ ਨਮਾਜ਼ਾਂ। ਮੁਸਲਮਾਨ ਜਿਸ ਵਕਤ ਮਸੀਤ ਵਿੱਚ ਜਾ ਕੇ ਆਪਣੀ ਸ਼ਰਅ ਮੂਜਬ ਬੰਦਗੀ ਕਰਦੇ ਹਨ, ਉਸ ਦਾ ਨਾਮ ਨਮਾਜ਼ ਹੈ। ਨਮਾਜ਼ਾਂ ਕੁੱਲ ਪੰਜ ਹਨ, ਜਿਨ੍ਹਾਂ ਦੇ ਇਹ ਨਾਮ ਹਨ। ਪਹਿਲੀ ਹੈ ਫਜਰ ਦੀ, ਭਾਵ ਅੰਮ੍ਰਿਤ ਵੇਲੇ ਦੀ। ਦੂਜੀ ਹੈ ਜ਼ੋਹਰ ਦੀ, ਦੁਪਹਿਰ ਪਿੱਛੋਂ। ਤੀਜੀ ਹੈ ਅਸਰ ਦੀ, 4 ਘੜੀ ਦਿਨ ਰਹਿੰਦੇ। ਚੌਥੀ ਹੈ ਮਗਰਬੀ, ਦਿਨ ਛਿਪਣ ਵੇਲੇ। ਪੰਜਵੀਂ ਹੈ ਇਸ਼ਾਕੀ, 4 ਘੜੀ ਰਾਤ ਗਈ। ਕੁਰਾਨ ਸ਼ਰੀਫ ਵਿੱਚ ਬੰਦਗੀ ਕਰਨ, ਨਮਾਜ਼ ਪੜ੍ਹਨ ਲਈ ਗੁਸਲ ਇਸ਼ਨਾਨ ਦੀ ਪਵਿੱਤਰਤਾ ਆਦਿਕ ਕਰਕੇ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ ਹੈ, ਤੇ ਪੰਜਾਂ ਨਮਾਜ਼ਾਂ ਦੇ ਪੰਜੇ ਵਕਤ ਉੱਪਰ ਲਿਖੇ ਅਨੁਸਾਰ ਦੱਸੇ ਹਨ। ਗੁਸਲ ਕਰਨ ਦਾ ਤਰੀਕਾ। ਨਮਾਜ਼ੀ ਪਹਿਲੇ ਇਸ ਪ੍ਰਕਾਰ ਵੁਜੂ ਕਰੇ। ਪਹਿਲੇ ਬਿਸਮਿल्लाह ਕਹੇ, ਦੂਜੇ ਨਮਾਜ਼ ਪੜ੍ਹਨੇ ਦੀ ਨੀਅਤ ਕਰੇ, ਤੀਜੇ ਹੱਥ ਧੋਵੇ, ਚੌਥੇ ਮੂੰਹ ਧੋਵੇ, ਪੰਜਵੇਂ ਛੋਟੀ ਉਂਗਲੀ से 3 दफे नक साफ करे, छेवें अंगूठे के पास की उंगली से दंद साफ करे, सतवें 3 वार पानी ਦਾ ਬੁੱਕ ਭਰ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਠੋਡੀ ਦੇ ਵਾਲਾਂ ਤੱਕ ਦੋਹਾਂ ਹੱਥਾਂ ਨਾਲ ਧੋਵੇ। 8ਵੇਂ ਹੱਥਾਂ 2 ਬਾਹਾਂ ਦੀਆਂ ਅਰਕਾਂ ਤੱਕ ਧੋਵੇ। ਸਾਥ ਹੀ ਮੂੰਹ ਤੋਂ ਰੱਬ ਦਾ ਨਾਮ ਲਵੇ। ਇਤਿਆਦਿਕ ਕੰਮ ਕਰਨੇ ਸੇ ਪੂਰਾ ਵਜੂ ਹੁੰਦਾ ਹੈ। ਵਜੂ ਕਰਕੇ ਆਦਮੀ ਨਮਾਜ਼ ਪੜ੍ਹਨ ਦੇ ਯੋਗ ਹੁੰਦਾ ਹੈ। ਪਹਿਲੇ ਸਵੇਰ ਦੀ ਨਮਾਜ਼ ਪੜ੍ਹੇ। ਨਮਾਜ਼ ਪੜ੍ਹਨ ਦੀ ਮਰਿਆਦਾ। ਪਹਿਲੇ ਵਜੂ ਕਰਕੇ ਕੱਪੜਾ ਜਾਂ ਸਾਫ਼ ਮਸੱਲਾ ਆਦਿਕ ਵਿਛਾ ਕੇ ਮੱਕੇ ਦੀ ਤਰਫ ਮੁੱਖ ਕਰਕੇ ਖੜਾ ਹੋਵੇ। ਕੰਨਾਂ ਤੇ ਹੱਥ ਰੱਖ ਕੇ ਪਿੱਛੇ ਨਾਭੀ ਮੇ ਦੋਵੇਂ ਹੱਥ ਇਕੱਠੇ ਕਰਕੇ ਅਲਹਮਦ ਪੜ੍ਹ ਕਰ ਇੱਕ ਫਜਰ ਦੀ ਰਕਾਤ ਪੜ੍ਹ ਕੇ ਝੁਕ ਕੇ ਗੋਡਿਓਂ ਪੈ ਹੱਥ ਰੱਖ ਕੇ ਰਕਾਤ ਪੂਰੀ ਹੋਈ। ਪਿੱਛੋਂ ਜ਼ਮੀਨ ਉੱਤੇ ਮੱਥਾ ਟੇਕੇ। ਹਰ ਇੱਕ ਵਕਤ ਦੀ ਨਮਾਜ਼ ਮੇ ਹਰ ਰਕਾਤੋਂ ਵਿੱਚ ਇਸ ਤਰ੍ਹਾਂ ਕਰਦਾ ਹੋਇਆ ਨਮਾਜ਼ ਪੜ੍ਹੇ। ਪਹਿਲੀ ਨਮਾਜ਼ ਸਵੇਰ ਦੀ। ਇਸ ਵਿੱਚ 4 ਰਕਾਤੀ ਹਨ। 2 ਸੁन्नत ਕੀ ਫਜਰ ਕੀ। ਸੂਰਜ ਚੜ੍ਹਨ ਤੋਂ ਪਹਿਲਾਂ ਇਸ ਨਮਾਜ਼ ਦਾ ਵਕਤ ਹੈ। ਦੂਜੀ ਜ਼ੋਹਰ ਦੀ। ਦੁਪਹਿਰ ਵੇਲੇ ਦੀ ਇਸ ਵਿੱਚ 12 ਰਕਾਤਾਂ ਹਨ। 4 ਪਹਿਲੇ ਸੁन्नत, 4 ਫਜਰ, 2 ਫੇਰ ਸੁन्नत, 2 ਨਫਲ। ਦੁਪਹਿਰ ਤੋਂ ਲੈ ਕੇ 5 ਘੜੀ ਦਿਨ ਰਹਿੰਦੇ ਤੱਕ ਇਸ ਦੇ ਪੜ੍ਹਨ ਦਾ ਵਕਤ ਹੈ। ਤੀਸਰੀ ਅਸਰ ਕੀ। ਇਸ ਵਿੱਚ 4 ਰਕਾਤਾਂ ਹਨ। ਚਾਰੋਂ ਫਜਰ ਕੀਆਂ ਹਨ। 5 ਘੜੀ ਦਿਨ ਰਹਿੰਦੇ ਮੇ ਲੈ ਕੇ ਸੂਰਜ ਅਸਤ ਹੋਣ ਤੱਕ ਇਸ ਦਾ ਵਕਤ ਹੈ। ਚੌਥੀ ਮਗਰਬੀ। ਸਾयंकाल ਕੀ ਇਸ ਵਿੱਚ 7 ਰਕਾਤਾਂ ਹਨ। 3 ਫਜਰ ਕੀ, 2 सुन्नत की, 2 नफल की,
दिन अस्त से लेकर जद तक आकाश विच लाली रहे, उदों तक इसदा वक्त है। पंजवीं इशाकी। इस विच ਆਪਣੀਆਂ 12 ਰਕਾਤਾਂ ਹਨ। 4 ਘੜੀ ਰਾਤ ਗੁਜ਼ਰ ਗਈ ਤੋਂ ਇਸ ਦਾ ਵਕਤ ਹੁੰਦਾ ਹੈ। ਇਨ੍ਹਾਂ ਪੰਜਾਂ ਤੋਂ ਬਿਨਾਂ ਇੱਕ 6ਵੀਂ ਨਮਾਜ਼ ਹੋਰ ਵੀ ਹੈ, ਜੋ ਇਸ ਪੰਜਵੀਂ ਦੇ ਸਾਥ ਮਿਲਾ ਕੇ ਪੜ੍ਹੀ ਜਾਂਦੀ ਹੈ, ਔਰ ਇਸ ਵਿੱਚ 5 ਰਕਾਤਾਂ ਹਨ। ਸੋ 12 ਪੰਜਵੀਂ ਦੀਆਂ ਤੇ 5 ਛੇਵੀਂ ਦੀਆਂ ਕੁੱਲ 17 ਰਕਾਤਾਂ ਹਨ। 4 ਪਹਿਲੇ ਸੁन्नत की, 4 फजर की, 2 फिर सुन्नत की, 2 नफल की, 3 बशर नमाज दी फजर की, 2 नफल दी इत्यादि रकातां ਹਨ। 3 ਘੜੀ ਰਾਤ ਗਈ ਤੋਂ ਲੈ ਕੇ 4 ਘੜੀ ਰਾਤ ਤੱਕ ਇਸ ਦਾ ਵਕਤ ਹੈ। ਇਹ ਨਮਾਜ਼ਾਂ ਕਿੱਥੋਂ ਤੁਰੀਆਂ ਤੇ ਕਿਨ ਪਹਿਲੋਂ ਪੜੀਆਂ, ਇਹ ਪ੍ਰਸ਼ਨ ਹੈ। ਆਓ ਉੱਤਰ ਸਰਵਣ ਕਰੀਏ। ਬਸ਼ਰ ਕੀ 6ਵੀਂ ਨਮਾਜ਼ ਮੁਹੰਮਦ ਸਾਹਿਬ ਨੇ ਪੈਗੰਬਰੀ ਦਾ ਖਿਤਾਬ ਮਿਲਣ ਸਮੇਂ ਸਵਾ ਪਹਿਰ ਰਾਤ ਰਹਿੰਦੀ ਪੜ੍ਹੀ ਸੀ। ਬਾਕੀ 5 ਜੋ ਆਮ ਮਸ਼ਹੂਰ ਹਨ, 5 ਪੈਗੰਬਰੋਂ ਨੇ ਪੜ੍ਹੀਆਂ ਜਿਸ ਵਕਤ ਪਰਮੇਸ਼ਵਰ ਵਾਹਿਗੁਰੂ ਨੇ ਉਹਨਾਂ ਨੂੰ ਭਾਰੀ ਸੰਕਟ ਤੋਂ ਛੁਡਾਇਆ ਸੀ। पहली फजर की, अंधेरे दे संकट से छुट के आदम ने पढ़ी। दूजी जोहर दी इब्राहिम खलील जी ने अग बलदी देख के पढ़ी ते अग बुझ गई, यानी शीतल हो गई। तीजी असर की, जद जूनस नूं मच्छी ने निगल लिया तां फेर जदों ਉਹ ਕੁਦਰਤ ਨਾਲ ਬਚ ਕੇ ਬਾਹਰ ਨਿਕਲੇ ਤਾਂ ਉਹਨਾਂ ਪੜ੍ਹੀ। ਚੌਥੀ ਮਗਰਬੀ, ਆਦਮੀਆਂ ਦੇ ਘੇਰੇ ਵਿੱਚੋਂ ਨਿਕਲ ਕੇ ਈਸਾ ਜੀ ਨੇ ਪੜ੍ਹੀ ਸੀ। ਪੰਜਵੀਂ ਇਸ਼ਾਕੀ। ਪੰਜਵੀਂ ਜੋ ਇਸ਼ਾਕੀ ਹੈ, ਬੱਦਲ ਬਿਜਲੀ ਦੇ ਡਰ ਸੇ ਛੁੱਟ ਕੇ ਮੂਸਾ ਜੀ ਨੇ ਪੜ੍ਹੀ। ਇਹਨਾਂ ਉੱਪਰ ਲਿਖਿਆਂ ਪੈਗੰਬਰਾਂ ਨੇ ਇਹ ਨਮਾਜ਼ਾਂ ਪੜ੍ਹੀਆਂ ਨੇ ਤੇ ਉਥੋਂ ਹੀ ਪ੍ਰਚਲਿਤ ਹੋਈਆਂ। ਰਕਾਤ ਆਦਿਕਾਂ ਦਾ ਵੇਰਵਾ। ਰਕਾਤ ਨਾਮ ਥੋੜੇ ਸ਼ਬਦ ਦਾ ਹੈ, ਜਿਸ ਤੋਂ ਬੋਧ ਛੇਤੀ ਹੋ ਜਾਵੇ ਤੇ ਪੜ੍ਹ ਵੀ ਛੇਤੀ ਹੀ ਲਿਆ ਜਾਵੇ, ਜੈਸੇ ਦੋਹਰਾ, ਸਲੋਕ ਜਾਂ ਪੌੜੀ ਹੁੰਦੀ ਹੈ। ਫਜਰ। ਫਜਰ ਨਾਮ ਪਰਮੇਸ਼ਰ ਦੇ ਹੁਕਮ ਦਾ ਹੈ। ਜਿਹੜਾ ਪਾਠ ਹੁਕਮ ਦਾ ਬੋਧ ਕਰਾਵੇ, ਉਸ ਦਾ ਨਾਮ ਫਜਰ ਦੀਆਂ ਰਕਾਤਾਂ ਹੈ। ਵੇਦ ਵਿੱਚ ਇਹਨਾਂ ਦਾ ਨਾਮ ਬਿਧ ਬਚਨ ਹੈ। ਸੁन्नत ਨਾਮ ਰਸੂਲ ਦੀ ਬੰਦਗੀ ਦਾ ਹੈ। ਜਾਨੇ ਕਿਰਿਆ ਤਾਂਤੇ ਜਿਨ ਰਕਾਤੋਂ ਕੋ ਮੁਹੰਮਦ ਸਾਹਿਬ ਪੜ੍ਹਦੇ ਰਹੇ, ਉਹਨਾਂ ਦਾ ਨਾਮ ਸੁन्नत ਕੀਆਂ ਰਕਾਤਾਂ ਹੈ। ਨਫਲ ਨਾਮ ਨਫੇ ਵਾਲੇ ਪਾਠ ਦਾ ਹੈ, ਤਾਂ ਤੇ ਜਿਨ੍ਹਾਂ ਰਕਾਤਾਂ ਵਿੱਚ ਆਪਣੇ ਮਨੋਂ ਬਾਂਛਿਤ ਕੀ ਪ੍ਰਾਰਥਨਾ ਹੈ, ਉਹ ਨਫਲ ਕੀਆਂ ਰਕਾਤਾਂ ਹਨ। अलहमद नाम परमेश्वर की उस्तत का है। जाते जो कुरान दे आरंभ में रबुल आलमीन कहिए वो परमेश्वर मालिक है। सारे जहान दा इत्यादक परमेश्वर की उस्तत, जिस द्वारा उस दी उस्तत दा बोध कराउण वाला मंगला चरण है, उन्हां दा नाम अलहमद दियां रकातां है। कुल रकातां 4 अलहमद कीयां, 4 फजर कीयां, 12 जोहर कीयां, 4 असुरकी दियां, 7 मरगबी दियां, 7 मगरबी दियां, 17 इशा अर बशर दियां, कुल 48 रकातां रोज दे पढ़न वालियां हन। मुसलमान इन्हां नूं सदा पढ़े, रोजा रखे, हज करे, जकात देवे,
ਦੁਨੀਆ ਸੇ ਮੁਕਤੀ ਪਾਵੇਗਾ। ਗੁਰ ਨਿਰਣੈ ਸਾਗਰ ਇਹ ਗ੍ਰੰਥ ਦੇ ਬੋਲ ਹਨ। ਗੁਰੂ ਜੀ ਨੇ ਕਿਹੜੀਆਂ ਨਮਾਜ਼ਾਂ ਪੜ੍ਹਨੀਆਂ ਦੱਸੀਆਂ ਹਨ, ਇਹ ਸਵਾਲ ਹੈ। ਆਓ ਉੱਤਰ ਸਰਵਣ ਕਰੀਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਹਿੰਦੂ ਮੁਸਲਮਾਨ ਦੋਹਾਂ ਕੌਮਾਂ ਦੇ ਸਾਂਝੇ ਹਨ। ਉਹਨਾਂ ਨੇ ਦੋਹਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਅਤੇ ਪਖੰਡ ਦੀ ਨਿਖੇਧੀ ਕਰਕੇ ਲੋਕਾਂ ਨੂੰ ਸੱਚ ਵੱਲ ਪ੍ਰੇਰਿਆ ਹੈ। ਭਾਵੇਂ ਮੁਸਲਮਾਨ ਪਵਿੱਤਰ ਭਾਵ ਨਾਲ ਨਮਾਜ਼ਾਂ ਪੜ੍ਹਦੇ ਹਨ ਤੇ ਖੁਦਾ ਨੂੰ ਯਾਦ ਕਰਦੇ ਹਨ, ਪਰ ਨਮਾਜ਼ਾਂ ਪੜ੍ਹਦੇ ਹੋਏ ਵੀ ਉਹ ਕੰਮ ਨਹੀਂ ਕਰਦੇ ਜਿਹੜੇ ਕਿ ਆਦਮੀ ਮੁਸਲਮਾਨ ਲਈ ਜ਼ਰੂਰੀ ਹਨ। ਇਸ ਵਾਸਤੇ ਸਾਹਿਬਾਂ ਨੇ ਮੁਸਲਮਾਨਾਂ ਨੂੰ ਸੱਚੀਆਂ ਨਮਾਜ਼ਾਂ ਪੜ੍ਹਨੀਆਂ ਦੱਸੀਆਂ ਹਨ। ਜੈਸੇ ਕਿ ਜਨਮ ਸਾਖੀ ਅਥਵਾ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦਾ ਕੰਮ ਸੁਲਤਾਨਪੁਰੋਂ ਛੱਡ ਕੇ ਵੇਈ ਨਦੀ ਵਿੱਚ ਚੁੱਭੀ ਲਗਾ ਕੇ ਜਦੋਂ ਸੱਚਖੰਡ ਗਏ ਸਨ, ਕਈਆਂ ਦਿਨਾਂ ਮਗਰੋਂ ਉਥੋਂ ਨਿਕਲੇ ਤੇ ਸ਼ਹਿਰ ਵਿੱਚ ਆਏ ਤਾਂ ਉਥੋਂ ਦੇ ਨਵਾਬ ਨੇ ਕਿਹਾ ਕਿ ਮਹਾਰਾਜ ਚੱਲੋ ਸਾਡੇ ਨਾਲ ਨਮਾਜ਼ ਪੜ੍ਹੋ। ਤਾਂ ਮਹਾਰਾਜ ਉਹਨਾਂ ਕਾਜੀ ਤੇ ਨਵਾਬ ਨਾਲ ਨਮਾਜ਼ ਪੜ੍ਹਨ ਲਈ ਮਸਜਿਦ ਵਿੱਚ ਗਏ। ਜੈਸਾ ਕਿ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਸਰੋਨ ਸੁਨਤ ਰਿਸ ਸਰਿਸਨ ਬਸ ਅਸ ਕਹਿਤ ਭਾ, ਆਨੋ ਦੀਨ ਮਜ਼ਾਰ ਦੀਨ ਮਤ ਚਹਿਤ ਭਾ, आज जुमे को रोज खोज सब पाए हों, हो चलिए संग मसीत निवाज पठाए हों, दृष्ट एक पर धरी जगत भज कान को, हिंदू तुर्क जे दोय न भेद है जान को, तो हम करह खुदाए बंदगी बंद कर, हो तुम भी गवनो संग तजहो नर लाज डर, सुन नानक जी कान बैन आनन पनै, चलो खान तिह थान जहाँ तुम मन मनै, खोजो खोजन जोग तजान्यो जाए है, हे आनंद कंद मुकंद चले संग राए है। उस वेले बेबे नानकी जी नूं भाईया जयराम जी ने कहा कि अज बड़ी आश्चर्य गल होण लगी है। ਬੇਬੇ ਨਾਨਕੀ ਆਪਣੇ ਪਤੀ ਦੇ ਮੂੰਹੋਂ ਅਚਰਜ ਸ਼ਬਦ ਸੁਣ ਕੇ ਚਿੰਤਾ ਵਿੱਚ ਪੈ ਗਈ ਤੇ ਪੁੱਛਣ ਲੱਗੀ, ਪਤੀ ਜੀ ਕਹੋ ਕਿ ਕੀ ਅਚਰਜ ਗੱਲ ਹੈ। ਤਾਂ ਭਾਈਆ ਜੈਰਾਮ ਜੀ ਕਹਿੰਦੇ ਹਨ ਕਿ ਤੇਰਾ ਭਰਾ ਨਵਾਬ ਨਾਲ ਮਸੀਤ ਵਿੱਚ ਗਿਆ ਹੈ ਤੇ ਉੱਥੇ ਜਾ ਕੇ ਮੁਸਲਮਾਨ ਹੋ ਜਾਵੇਗਾ। ਇਸ ਗੱਲ ਦਾ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਹੈ। ਬਹੁਤ ਦੁਨੀਆ ਦੇਖਣ ਵਾਸਤੇ ਗਈ ਹੈ। ਤਾਂ ਬੇਬੇ ਨਾਨਕੀ ਜੀ ਸੁਣ ਕੇ ਕਹਿਣ ਲੱਗੇ ਕਿ ਉਹ ਆਪ ਨਿਰੰਕਾਰ ਦਾ ਰੂਪ ਹਨ ਤੇ ਕਿਸੇ ਦੇ ਦੀਨ ਨੂੰ ਕਬੂਲ ਨਹੀਂ ਕਰਦੇ, ਕਿਸੇ ਦੇ ਅਸਰ ਹੇਠ ਨਹੀਂ ਆਉਂਦੇ। ਜੈਸੇ ਕਿ ਨਾਨਕ ਪ੍ਰਕਾਸ਼ ਦੇ ਅਧਿਆਏ 31ਵੇਂ ਬੋਲ ਹਨ, ਭਨਤ ਨਾਨਕੀ ਬਚਨ ਨ ਚਿੰਤਾ ਕੀਜੀਐ, ਭਰਮ ਨ ਭੂਲੋ ਭੇਵ ਭਲੇ ਲਖ ਲੀਜੀਏ, ਭਗਤ ਹਮਾਰੋ ਭਇਓ ਭੇਸ ਨਰ ਭਗਤ ਕੋ, ਹੋ ਤ੍ਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ, ਪਨਗ ਦਾਨਵ ਅਮਰ ਬਰਨ ਕਿੰਨਰ ਧਰਾ, ਮਾਰ ਤੰਡ ਜਮ ਇੰਦਰ ਹਰ ਜਗ ਕਰਾ, पौन बंद दिगपाल रजाए न फेरई, हो नर बपरा है कौन बंद दृग हेरई, तिसकी चिंता चीत रति न कीजिए, लजत तिनको काजी ते नवाब आदिक नू, करह सो आए लखीजिए, तुम हवै संग आनंद रसोई खाइए, हो नहीं हृदय प्रतीत तां बिपर पठाइए। ਤੁਸੀਂ ਕੋਈ ਚਿੰਤਾ ਨਾ ਕਰੋ। ਭਾਵੇਂ ਭਾਈਆ ਜੈਰਾਮ ਜੀ ਨੇ ਕਿਹਾ ਕਿ ਪਿਤਾ ਕਾਲੂ ਜੀ ਨੂੰ ਕੀ ਦੱਸਾਂਗੇ, ਉਹ ਮੁਸਲਮਾਨ ਹੋ ਗਏ ਹਨ ਤੇ ਪ੍ਰਸ਼ਾਦ ਛਕੋ। ਸਾਹਿਬ ਤਾਂ ਉਹਨਾਂ ਨੂੰ ਸ਼ਰਮਿੰਦਾ ਕਰਨ ਗਏ ਹਨ।
ਜੇ ਪ੍ਰਤੀਤ ਨਹੀਂ ਤਾਂ ਬ੍ਰਾਹਮਣ ਨੂੰ ਭੇਜ ਦੇਵੋ। ਭਾਈਆ ਜੈ ਰਾਮ ਜੀ ਆਪਣਾ ਆਦਮੀ ਭੇਜਦੇ ਹਨ ਤੇ ਹੋਰ ਆਮ ਦੁਨੀਆ ਵੀ ਵੇਖਣ ਵਾਸਤੇ ਗਈ ਹੋਈ ਹੈ। ਕਾਜੀ ਤੇ ਨਵਾਬ ਦੋਵੇਂ ਨਮਾਜ਼ ਪੜ੍ਹਨ ਲੱਗੇ। ਉਹਨਾਂ ਗੁਰੂ ਜੀ ਨੂੰ ਵੀ ਕਿਹਾ ਕਿ ਸਾਡੇ ਨਾਲ ਨਮਾਜ਼ ਪੜ੍ਹੋ। ਤਾਂ ਸਾਹਿਬਾਂ ਕਿਹਾ ਤੁਸੀਂ ਪੜ੍ਹੋ, ਮੈਂ ਤੁਹਾਡੇ ਨਾਲ ਪੜਾਂਗਾ। ਤਾਂ ਬਾਬਾ ਜੀ ਚੁੱਪ ਕਰਕੇ ਬੈਠੇ ਹੀ ਰਹੇ। ਜਦ ਉਹ ਦੋਵੇਂ ਨਮਾਜ਼ ਪੜ੍ਹ ਚੁੱਕੇ ਤਾਂ ਉਹਨਾਂ ਕਿਹਾ, ਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਆਪ ਜੀ ਨੇ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ? ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਨਮਾਜ਼ ਨਹੀਂ ਪੜ੍ਹਦੇ ਸੀ। ਜੇ ਤੁਸੀਂ ਪੜ੍ਹਦੇ ਹੁੰਦੇ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਪੜ੍ਹਦੇ। ਤਾਂ ਨਵਾਬ ਨੇ ਕਿਹਾ ਕਿ ਮਹਾਰਾਜ, ਮੈਂ ਨਮਾਜ਼ ਪੜ੍ਹਦਾ ਸਾਂ। ਤਾਂ ਬਾਬਾ ਜੀ ਨੇ ਕਿਹਾ, ਨਾਨਕ ਪ੍ਰਕਾਸ਼ ਧਿਆਏ 32ਵੇਂ ਦੇ ਇਹ ਬਚਨ ਹਨ। ਨਾਨਕ ਆਨਨ ਭਨੈ ਖਾਨ ਕਾਨਹਿੰ ਸੁਨੋ, ਕਿਹੇ ਸੰਗ ਕਰੋ ਨਿਮਾਜ਼ ਲਾਜ ਨਹੀਂ ਤੁਮ ਮਨੋ। ਠਾਡੇ ਆਪ ਮਸੀਤ ਨਾ ਮਨ ਠਹਿਰਾਇਆ, ਹੋ ਸਿਜਦੇ ਸਮੇਂ ਸੰਕਲਪ ਗੰਧਾਰ ਪਠਾਇਆ। ਕਰਤ ਖਰੀਦ ਤੁਰੰਗ ਤਰਲ ਮਨ ਤਰ ਲਿਆ, ਕੂਰੇ ਬੀਚ ਮਸੀਤ ਨਿਵ ਕਬ ਸਰ ਲਿਆ। ਜਿਹ ਕਰਨੀ ਸੋ ਮੂਲ ਨ ਥਿਰ ਉਰ ਮਹਿੰ ਕਰਾ, ਹੋ ਬੇਸ ਬੰਦਗੀ ਧਰਿਓ ਦਸੋ ਦਿਸ ਮਨ ਫਿਰਾ। ਕਿ ਤੂੰ ਤਾਂ ਭਾਈ ਕੰਧਾਰ ਵੱਲ ਘੋੜੇ ਖਰੀਦਦਾ ਫਿਰਦਾ ਸੈਂ ਤੇ ਸਿਰਫ ਬੰਦਗੀ ਵਾਲਾ ਵੇਸ ਹੀ ਧਾਰਨ ਕੀਤਾ ਹੋਇਆ ਸੀ। ਤਾਂ ਕੋਲੋਂ ਕਾਜੀ ਕਹਿਣ ਲੱਗਾ ਕਿ ਜੇ ਇਹ ਨਹੀਂ ਸੀ ਪੜ੍ਹਦੇ ਤਾਂ ਮੈਂ ਜ਼ਰੂਰ ਪੜ੍ਹਦਾ ਸਾਂ, ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਤਾਂ ਗੁਰੂ ਜੀ ਕਾਜੀ ਪ੍ਰਤੀ ਵੀ ਕਹਿੰਦੇ ਹਨ, ਜੋ ਨਾਨਕ ਪ੍ਰਕਾਸ਼ ਧਿਆਏ 32ਵੇਂ ਦੇ ਹੀ ਬਚਨ ਹਨ। ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ, ਕਾਜੀ ਕਰੀ ਨਿਮਾਜ਼ ਸਦਨ ਮੈਂ ਮਨ ਗਿਆ। ਬੜਵਾ ਜਯੋ ਵਖੇਰ ਗਰਤ ਤਿਹ ਪਾਸ ਹੈ, ਹੋ ਤਿਹ ਮੈਂ ਨਹਿ ਗਿਰ ਭਰੈ ਬਹੁਤ ਵਿਸ਼ਵਾਸ ਹੈ। ਤਿਹ ਕੇ ਸੰਗ ਮਨ ਫਿਰ ਤਨ ਧਿਰ ਇੱਕ ਛਿਨ ਭਇਆ, ਸੁਨ ਸਰੋਨਨ ਮੈਂ ਖਾਨ ਬਿਗਸ ਮੁਖ ਬਚ ਕਹਿਆ। ਤਜੋ ਕਾਚ ਕਹੋ ਸਾਚ ਲਾਜ ਨਿਰਵਾਰੀਏ, ਹੋ ਜਿਉ ਬੀਤੀ ਚਿਤ ਬੀਚ ਸੋ ਬਚਨ ਉਚਾਰੀਏ। ਕਾਜੀ ਆਨ ਨ ਭਨਤ ਸਤ ਇਹ ਬਿਦ ਕਹੀ, ਅਰਬਕ ਬਾਜ ਨ ਇਹ ਗਰਤ ਤਿਹ ਢਿਗ ਸਹੀ। ਅਦਭੁਤ ਰਸ ਨਰ ਭਏ ਕਸ਼ਕ ਰਸ ਹਾਸ ਹੋ, ਅਦਭੁਤ ਰਸ ਨਰ ਭਏ ਕਸ਼ਕ ਰਸ ਹਾਸ ਸੋ। ਹੋ ਤਬ ਨਿਬਾਬ ਕਹਿ ਚਰਨ ਰਹਿਓ ਹਵੈ ਦਾਸ ਸੋ। ਕਿ ਭਾਈ ਤੇਰਾ ਧਿਆਨ ਘਰ ਵੱਲ ਸੀ ਕਿ ਕਿਤੇ ਘੋੜੀ ਦਾ ਵਛੇਰਾ ਖੂਹ ਵਿੱਚ ਨਾ ਜਾ ਪਵੇ। ਤਾਂ ਇਹ ਗੱਲ ਸੁਣ ਕੇ ਨਵਾਬ ਤੇ ਹੋਰ ਲੋਕ ਅਚਰਜ ਰਹਿ ਗਏ। ਤਾਂ ਕਾਜੀ ਨੂੰ ਨਵਾਬ ਕਹਿੰਦਾ ਹੈ ਕਿ ਸੱਚੋ ਸੱਚ ਦੱਸ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਠੀਕ ਹੈ? ਤਾਂ ਕਾਜੀ ਕਿਹਾ, ਜੀ ਠੀਕ ਇਸੇ ਤਰ੍ਹਾਂ ਹੈ, ਮੇਰਾ ਮਨ ਘਰ ਹੀ ਫਿਰਦਾ ਸੀ। ਤਾਂ ਨਵਾਬ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ ਤੇ ਬੇਨਤੀ ਕਰਨ ਲੱਗਾ, ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ, ਗੁਨੀ ਗਹੀਰ ਸਰੀਰ ਸਰਨ ਮੈਂ ਤੇਰੀਆ। ਭਰਮ ਕਰ ਭੁੱਲੇ ਭਨਿਓ ਭੇਵ ਕਹਿ ਜਾਣਿਆ, ਹੋ ਬਖਸ਼ੋ ਔਗਨ ਮੋਰ ਅਜਾਨ ਬਖਾਨਿਆ। ਦੋਹਰਾ। ਪੂਰਬ ਅਵਗਨ ਬਖਸ਼ ਕੇ ਅਬ ਦੇਹੋ ਨਿਜ ਉਪਦੇਸ਼, ਬੰਦ ਹਾਥ ਬਿਨਤੀ ਕਰਤ ਦੌਲਤ ਖਾਨ ਨਰੇਸ਼। ਤੁਮ ਖੁਦਾਏ ਕੇ ਰੂਪ ਹੋ ਅੰਤਰ ਜਾਮੀ ਸਰਬ, ਮੈਂ ਅਤ ਮੂਡ ਨ ਲਖ ਸਕਿਓ ਨਿਜ ਈਸ਼ਵਰ ਜੈ ਗਰਬ। ਪਿਛਲੀਆਂ ਭੁੱਲਾਂ ਬਖਸ਼ਾਈਆਂ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਦੌਲਤ ਖਾਨ ਨੂੰ ਸਤਨਾਮ ਵਾਹਿਗੁਰੂ ਸਿਮਰਨ ਦਾ ਉਪਦੇਸ਼ ਕੀਤਾ ਤੇ ਹੋਰ ਸ਼ੁਭ ਕੰਮ ਕਰਨ ਲਈ ਸਿੱਖਿਆ ਦਿੱਤੀ। ਭਾਈ ਜੈ ਰਾਮ ਤੇ ਬੇਬੇ ਨਾਨਕੀ ਨੂੰ ਸਭ ਖਬਰ ਪੁੱਜੀ ਤਾਂ ਖੁਸ਼ ਹੋਏ। ਗੁਰੂ ਜੀ ਨੇ ਕਿਹਾ, ਭਾਈ ਜੇ ਤੁਸਾਂ ਪੱਕੇ ਮੁਸਲਮਾਨ ਬਣਨਾ ਹੈ ਤਾਂ ਐਸੇ ਬਣੋ, ਜੇ ਐਸਾ ਨਾ ਕਰੋਗੇ ਤੇ ਇਹੋ ਜਿਹੇ ਨਾ ਹੋਵੋਗੇ
ਤਾਂ ਤੁਹਾਡੇ ਕੀਤੇ ਹੋਏ ਹੋਰ ਕਰਮ ਸਭ ਨਿਫਲ ਜਾਣਗੇ। ਜੈਸੇ ਕਿ ਸਤਿਗੁਰੂ ਸਾਨੂੰ ਵਾਰ ਮਾਜਕੀ ਦੇ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ, ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਿਮ ਦੀਨ ਮੁਹਾੜੈ ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ, ਤਉ ਨਾਨਕ ਸਰਬ ਜੀਆ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਇਸ ਸ਼ਬਦ ਵਿੱਚ ਗੁਰੂ ਜੀ ਨੇ ਦੱਸਿਆ ਹੈ ਕਿ ਭਾਈ ਜੇ ਮੁਸਲਮਾਨ ਬਣਨਾ ਹੈ ਤਾਂ ਇਸ ਸ਼ਬਦ ਜੋ ਮਾਰੂ ਸੋਲਹੇ ਸਰਲੇਖ ਹੇਠ ਪੰਚਮ ਗੁਰਦੇਵ ਪਾਤਸ਼ਾਹ ਦਾ ਹੈ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ, ਦੁਨੀਆ ਰੰਗ ਨ ਆਵੈ ਨੇੜੈ, ਜਿਉ ਕੁਸਮ ਪਾਟ ਘਿਓ ਪਾਕ ਹਰਾ। ਆਪਣੇ ਮਨ ਨੂੰ ਸਾਫ਼ ਕਰੋ, ਜੈਸੇ ਮੁਸਲਮਾਨਾ ਲੋਹੇ ਤੇ ਜੰਗਾਲ ਲਾਹੁਣ ਵਾਲਾ ਕਾਗਜ਼ ਲੋਹੇ ਨੂੰ ਸਾਫ਼ ਕਰਦਾ ਹੈ, ਤੈਸੇ ਪਰਮੇਸ਼ਰ ਦੀ ਬੰਦਗੀ ਨਾਲ ਤੁਸੀਂ ਵੀ ਮਨ ਸਾਫ਼ ਕਰੋ ਤੇ ਅਹੰਕਾਰ ਭਾਵ ਨੂੰ ਤਿਆਗ ਕੇ ਰੱਬ ਦੀ ਰਜਾਏ ਨੂੰ ਸਦਾ ਸਿਰ ਤੇ ਖੁਸ਼ ਹੋ ਕੇ ਮੰਨੇ ਤੇ ਰੱਬ ਨੂੰ ਸਦਾ ਯਾਦ ਰੱਖੇ, ਤਾਂ ਤੁਸੀਂ ਮੁਸਲਮਾਨ ਬਣ ਸਕਦੇ ਹੋ। ਨਮਾਜ਼ ਸੱਚੇ ਦਿਲ ਨਾਲ ਪੜੋ। ਤੁਹਾਡੇ ਕੰਮ ਆਉਣ ਵਾਲੀਆਂ ਇਹ ਨਮਾਜ਼ਾਂ ਹਨ ਜਿਨ੍ਹਾਂ ਨੂੰ ਪੜਿਆ ਹੋਇਆ ਭਾਵ ਐਸੇ ਕੰਮ ਕੀਤਿਆਂ ਹੋਇਆ ਲੋਕ ਪਰਲੋਕ ਵਿੱਚ ਸੁਖ ਪਾਓਗੇ। ਜੈਸੇ ਕਿ ਸਤਿਗੁਰੂ ਜੀ ਦਾ ਇਹ ਪਵਿੱਤਰ ਵਾਕ ਜੋ ਵਾਰ ਮਾਝ ਮਹੱਲਾ ਪਹਿਲਾ, ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਇਸ ਸ਼ਬਦ ਵਿੱਚ ਗੁਰੂ ਜੀ ਨੇ ਸੱਚੀਆਂ ਫਾਇਦਾ ਦੇਣ ਵਾਲੀਆਂ ਨਮਾਜ਼ਾਂ ਦੱਸੀਆਂ ਹਨ ਤੇ ਨਾਲ ਨੇਕ ਕਰਨੀ ਦਾ ਕਲਮਾ ਦੱਸਿਆ ਹੈ ਤੇ ਕਿਹਾ ਹੈ ਕਿ ਭਾਈ ਜੇ ਇਹੋ ਜਿਹੇ ਅਮਲ ਕਰੋਗੇ ਤਾਂ ਸੁਜਸ ਖੱਟ ਕੇ ਲੋਕ ਪਰਲੋਕ ਵਿੱਚ ਸੁਖ ਪਾਓਗੇ, ਤੇ ਜੇ ਇਹੋ ਜਿਹੀਆਂ ਨਮਾਜ਼ਾਂ ਨਾ ਪੜੀਆਂ ਤੇ ਜੇ ਝੂਠੀਆਂ ਨਮਾਜ਼ਾਂ ਦਿਖਾਵੇ ਦੀਆਂ ਪੜ੍ਹਦੇ ਰਹੇ ਤਾਂ ਅੰਤ ਦੇ ਵੇਲੇ ਦਰਗਾਹ ਵਿੱਚ ਝੂਠੀ ਪਾਇਆ ਹੋਣ ਕਰਕੇ ਝੂਠੇ ਹੋਵੋਗੇ ਤੇ ਉੱਥੇ ਖੜੋਣਾ ਨਹੀਂ ਮਿਲੇਗਾ, ਤੇ ਜਿਨ੍ਹਾਂ ਸੱਚੀਆਂ ਨਮਾਜ਼ਾਂ ਪੜ੍ਹੀਆਂ ਹਨ ਉਹ ਤਰ ਗਏ ਹਨ। ਇੱਕ ਹੋਰ ਜਗ੍ਹਾ ਮੁਸਲਮਾਨਾਂ ਨੂੰ ਗੁਰੂ ਜੀ ਨੇ ਇਸ ਪ੍ਰਕਾਰ ਸਿੱਖਿਆ ਦਿੱਤੀ ਹੈ, ਜੋ ਮਾਰੂ ਸੋਲਹੇ ਮਹੱਲਾ ਪੰਜਵਾ ਭਾਵ ਪੰਚਮ ਗੁਰਦੇਵ ਪਾਤਸ਼ਾਹ ਦੀ ਇਹ ਬਾਣੀ ਹੈ। ਅੱਲ੍ਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰੋ ਆਸਾ, ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਇਤਿਆਦਿਕ ਸੱਚੀ ਸਿੱਖਿਆ ਦੇ ਕੇ ਸੱਚ ਦੇ ਪਿਆਰੇ ਬਣਾ ਕੇ ਮੁਸਲਮਾਨਾਂ ਨੂੰ ਸਿੱਧੇ ਰਸਤੇ ਪਾਇਆ। ਸੋ ਸਤਿਗੁਰੂ ਜੀ ਨੇ ਇਹ ਤਰੀਕਾ ਮੁਸਲਮਾਨ ਬਣਨ ਦਾ ਤੇ ਨਮਾਜ਼ਾਂ ਪੜ੍ਹਨ ਦਾ ਮੁਸਲਮਾਨਾਂ ਨੂੰ ਦੱਸਿਆ ਹੈ, ਜਿਸ ਦੇ ਅਮਲ ਕਰਨੇ ਕਰਕੇ ਮੁਸਲਮਾਨ ਵੀਰ ਅਤੇ ਹਰ ਇੱਕ ਪੁਰਸ਼ ਇਸ ਪ੍ਰਕਾਰ ਦਾ ਧਾਰਣੀ ਹੋ ਕੇ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਹੈ। ਤਾਂ ਤੇ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਦੁਨੀਆ ਵਿੱਚ ਆ ਕੇ ਨੇਕ ਕੰਮ ਕਰੇ ਤੇ ਆਪਣਾ ਜਨਮ ਸਵਾਰੇ। ਇੱਥੇ ਭਗਤ ਜੀ ਆਪਣਾ ਇਹ ਸਿਰਲੇਖ ਇਹ ਵਿਸ਼ਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਕੁਝ ਲਾਈਨਾਂ ਦਾ ਬੈਂਤ ਲਿਖਦੇ ਹਨ। ਆਓ ਸਰਵਣ ਕਰੀਏ। ਬੈਂਤ।
ਮੁਸਲਮਾਨ ਬਣਨਾ ਜੇਕਰ ਚਾਹੁੰਦੇ ਹੋ, ਮੁਸਲਮਾਨ ਬਣਨਾ ਜੇਕਰ ਚਾਹੁੰਦੇ ਹੋ, ਮਨ ਸਾਫ਼ ਕਰਕੇ ਨਿਮਰ ਭਾਵ ਰੱਖੋ। ਸਦਾ ਸੱਚ ਬੋਲੋ, ਖਾਵੋ ਹੱਕ ਆਪਣਾ, ਸਦਾ ਖੈਰ ਖੁਦਾ ਦੀ ਆਸ ਰੱਖੋ। ਨੀਅਤ ਰਾਸ ਕਰਨੀ, ਸਿਫਤ ਰੱਬ ਕਰਨੀ, ਕਰਨੀ ਕਲਮਾ ਸਦਾ ਹੀ ਯਾਦ ਰੱਖੋ। ਨੀਅਤ ਰਾਸ ਕਰਨੀ, ਸਿਫਤ ਰੱਬ ਕਰਨੀ, ਕਰਨੀ ਕਲਮਾ ਸਦਾ ਹੀ ਯਾਦ ਰੱਖੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।